ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਗਤ ਭਗਤ ਜਗ ਵਜਿਆ, ਚੌਹ ਚੱਕਾਂ ਦੇ ਵਿੱਚ ਚਮਰੇਟਾ, ਪਾਹਣਾ ਗੰਢਾਏ ਰਾਹ ਵਿੱਚ ਖੁੱਲਾ ਧਰਮ ਢੋਰ, ਧਰਮ ਢੋਈ ਢੋਰ ਸਮੇਟਾ। ਜਿਉਂ ਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ। ਚੌਹਾਂ ਵਰਨਾ ਉਪਦੇਸ਼ ਦਾ, ਗਿਆਨ ਧਿਆਨ ਕਰ ਭਗਤ ਸਹੇਟਾ। ਨਾਵਣ ਆਇਆ ਸੰਗ ਮਿਲਾ, ਬਨਾਰਸ ਕਰ ਗੰਗਾ ਥੇਟਾ। ਕੱਢ ਕਸੀਰਾ ਸੌਂਪਿਆ, ਰਬਦਾਸੈ ਗੰਗਾ ਕੀ ਭੇਟਾ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨੀਂਬਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਦਾ ਖਾਸ ਰੂਪ ਸੱਸ ਜੀਓ। ਆਪ ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ। ਜਿਹਾ ਨੂੰ ਆਖਿਆ ਜਾਂਦਾ ਹੈ, ਜੋ ਆਪ ਜੀ ਨੇ ਉਦਮ ਉਪਰਾਲੇ ਕੀਤੇ ਨੇ। ਅੰਮ੍ਰਿਤ ਵੇਲੇ ਉੱਠ ਕੇ ਤਨ ਦਾ ਇਸ਼ਨਾਨ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਸੋ ਵੱਡੇ ਭਾਗ ਨੇ ਸਾਧ ਸੰਗਤ ਜੀ। ਆਓ ਅੱਜ ਆਪਾਂ ਰਲ ਮਿਲ ਕੇ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਸਾਹਿਬ ਜੀ, ਉਹਨਾਂ ਦੇ ਅਵਤਾਰ ਦਿਹਾੜੇ ਦੀ ਖੁਸ਼ੀ ਦੇ ਵਿੱਚ ਅੱਜ ਆਪਾਂ ਰਲ ਮਿਲ ਕੇ ਭਗਤ ਰਵਿਦਾਸ ਸਾਹਿਬ ਜੀ ਦੇ ਜੀਵਨ ਬਾਰੇ ਵਿਚਾਰ ਕਰਾਂਗੇ, ਜਿਨ੍ਹਾਂ ਦੇ ਬਾਰੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਭਗਤ ਭਗਤ ਜਗ ਵਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ। ਪਾਣਾ ਗੰਢੈ ਰਾਹ ਵਿੱਚ ਕੁੱਲਾ, ਧਰਮ ਢੋਈ ਢੋਰ ਸਮੇਟਾ। ਜਿਉਂ ਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ। ਚੌ ਵਰਨਾ ਉਪਦੇਸ਼ ਦਾ, ਗਿਆਨ ਧਿਆਨ ਕਰ ਭਗਤ ਸਹੇਟਾ। ਨਾਵਣ ਆਇਆ ਸੰਗ ਮਿਲ, ਬਨਾਰਸ ਕਰ ਗੰਗਾ ਥੇਟਾ। ਕੱਢ ਕਸੀਰਾ ਸੌਂਪਿਆ, ਰਵਿਦਾਸੈ ਗੰਗਾ ਕੀ ਭੇਟਾ। ਭਾਈ ਗੁਰਦਾਸ ਜੀ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਬਾਰੇ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕਰਦੇ ਨੇ। ਤੇ ਸਾਧ ਸੰਗਤ ਜੀ, ਆਤਮਾ ਸਰੀਰ ਦੋ ਵੱਖ ਵੀ ਨੇ ਤੇ ਇੱਕ ਵੀ ਨੇ। ਸਾਧ ਸੰਗਤ ਜੀ, ਦੋਹਾਂ ਦੇ ਮੇਲ ਤੋਂ ਇਹ ਬੰਦਾ ਬਣਿਆ, ਇਹ ਪੁਰਸ਼ ਬਣਿਆ। ਸਰੀਰ ਪੰਜਾਂ ਤੱਤਾਂ ਦਾ ਹੈ, ਆਤਮਾ ਦਾ ਘਰ। ਆਤਮਾ ਪਰਮਾਤਮਾ ਦੀ ਅੰਸ਼ ਹੈ। ਜੀਵ ਆਤਮਾ ਹਰ ਇਸਤਰੀ ਪੁਰਸ਼ ਪੰਛੀ ਆਦਿਕ ਦੇ ਵਿੱਚ ਮੌਜੂਦ ਹੈ। ਪਰ ਸਾਧ ਸੰਗਤ ਜੀ, ਮਨੁੱਖ ਦੀ ਆਤਮਾ ਕੁਝ ਜ਼ਿਆਦਾ ਹੀ ਬਹੁਤੀ ਸਮਝਦਾਰ ਹੈ। ਜਿਹੜੀ ਮਨੁੱਖ ਦੇ ਵਿੱਚ ਆਤਮਾ ਹੈ ਨਾ, ਇਹ ਬਹੁਤ ਹੀ ਸਮਝਦਾਰ ਹੈ। ਦੂਸਰੀਆਂ ਜੂਨਾਂ ਦੇ ਨਾਲੋਂ
ਤੇ ਇਹ ਦੁਰਲਭ ਜਨਮ ਹੈ। 84 ਦੇ ਗੇੜ ਦੇ ਪਿੱਛੋਂ ਇਹ ਮਨੁੱਖਾ ਸਰੀਰ ਪ੍ਰਾਪਤ ਹੋਇਆ ਕਰਦਾ ਹੈ। ਆਤਮਾ ਪਰਮਾਤਮਾ ਦੀ ਅੰਸ਼ ਹੈ। ਦੁਨਿਆਵੀ ਜਨਮ ਕਰਕੇ ਭਾਵੇਂ ਕੋਈ ਪੁਰਸ਼ ਹੋਵੇ, ਚੌਹਾਂ ਵਰਨਾਂ ਦੇ ਵਿੱਚ ਜਿਹੜਾ ਆਪਣੇ ਮਾਲਕ ਨੂੰ ਯਾਦ ਕਰਦਾ ਹੈ, ਜਿਹੜਾ ਮਨੁੱਖ ਚੰਗੇ ਕਰਮ ਕਰਦਾ ਹੈ, ਉਹੀ ਸੰਸਾਰ ਦੇ ਵਿੱਚ ਮਾਣ ਪ੍ਰਾਪਤ ਕਰਦਾ ਹੈ, ਇੱਜ਼ਤ ਪ੍ਰਾਪਤ ਕਰਦਾ ਹੈ। ਜਿਹੜਾ ਮਨੁੱਖ ਚੰਗੇ ਕਰਮ ਕਰਦਾ ਹੈ, ਸੰਸਾਰ ਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ। ਜੋ ਮਹਾਨ ਸਿਮਰਨ ਤੇ ਤਪੱਸਿਆਵਾਦੀ ਸਨ, ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੋ ਮਹਾਨ ਸਿਮਰਨ ਤੇ ਤਪੱਸਿਆਵਾਦੀ ਸਨ, ਸੇਵਾ ਕੀਤੀ, ਸਤਿਕਾਰ ਪਾਇਆ ਸਤਿਗੁਰਾਂ ਨੇ। ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਸਤਿਗੁਰੂ ਸਾਨੂੰ ਬਖਸ਼ਿਸ਼ ਕਰਦੇ ਨੇ। ਆਪਣੀ ਬਾਣੀ ਦੇ ਵਿੱਚ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਜਨਮ ਕਰਕੇ ਮਨੁੱਖ ਇਹ ਮਾਣ ਨਾ ਕਰੇ ਕਿ ਮੈਂ ਬ੍ਰਾਹਮਣ ਹਾਂ, ਮੈਂ ਖੱਤਰੀ ਹਾਂ, ਮੈਂ ਉੱਚੀ ਕੁਲ ਵਾਲਾ ਹਾਂ। ਆਪਣੀ ਜਾਤ ਦਾ ਕੋਈ ਮਾਣ ਗੁਮਾਨ ਨਾ ਕਰੇ। ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਕਹਿੰਦੇ ਇਹ ਮਾਣ ਠੀਕ ਨਹੀਂ। ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਮਾਣ ਕਰਦਾ ਵੀ ਮੈਂ ਉੱਚੀ ਜਾਤੀ ਦਾ ਹਾਂ, ਮੈਂ ਉੱਚੇ ਘਰਾਣੇ ਦੇ ਵਿੱਚ ਪੈਦਾ ਹੋਇਆ, ਇਹ ਮਾਣ ਠੀਕ ਨਹੀਂ। ਹੰਕਾਰ ਹੈ ਤੇ ਹਰ ਇੱਕ ਨੂੰ ਨਰਕਾਂ ਦਾ ਭਾਗੀ ਬਣਾਉਂਦਾ ਇਹ ਮਾਣ, ਜਿਹੜਾ ਆਪਣੇ ਆਪ ਨੂੰ ਉੱਚੀ ਕੁਲ ਦਾ ਕਹਾਉਂਦਾ ਹੋਵੇ। ਉਹ ਮਨੁੱਖ ਨਰਕਾਂ ਦਾ ਭਾਗੀ ਬਣ ਜਾਂਦਾ ਹੈ। ਭੈਰੋ ਰਾਗ ਦੇ ਵਿੱਚ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਬਚਨ ਦਰਜ ਨੇ 1127 ਅੰਗ ਤੇ ਭੈਰੋ ਰਾਗ ਦੇ ਵਿੱਚ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਪਾਤਸ਼ਾਹ ਕਹਿੰਦੇ ਜਾਤ ਕਾ ਗਰਭ ਨਾ ਕਰਿਓ ਕੋਈ, ਬ੍ਰਹਮ ਬਿੰਦੇ ਤੇ ਸੋ ਬ੍ਰਾਹਮਣ ਹੋਈ। ਜਾਤ ਕਾ ਗਰਭ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਕੋਈ ਵੀ ਧਿਰ, ਕੋਈ ਵੀ ਮਨੁੱਖ ਆਪਣੀ ਉੱਚੀ ਜਾਤ ਦਾ ਮਾਣ ਨਾ ਕਰਿਓ। ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਬ੍ਰਹਮ ਦਾ ਭਾਵ ਹੁੰਦਾ ਹੈ ਪ੍ਰਮਾਤਮਾ, ਬਿੰਦੇ ਦਾ ਭਾਵ ਹੁੰਦਾ ਹੈ ਜੋ ਜਾਣਦਾ ਹੈ, ਸਾਂਝ ਪਾ ਲੈਂਦਾ ਹੈ। ਸਤਿਗੁਰੂ ਕਹਿੰਦੇ ਜਾਤ ਦੇ ਆਸਰੇ ਬ੍ਰਾਹਮਣ ਨਹੀਂ ਬਣੀਂਦਾ, ਜਾਤ ਕਰਕੇ ਬ੍ਰਾਹਮਣ ਨਹੀਂ ਬਣੀਂਦਾ। ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਬਣਾ ਲੈਂਦਾ ਹੈ। ਅਸਲ ਵਿੱਚ ਬ੍ਰਾਹਮਣ ਉਹ ਹੈ, ਉੱਚੀ ਕੁੱਲ ਵਾਲਾ, ਉੱਚੀ ਜਾਤ ਵਾਲਾ ਉਹ ਮਨੁੱਖ ਹੈ ਜਿਹੜਾ ਪਰਮਾਤਮਾ ਦੇ ਨਾਮ ਦੀ ਕਮਾਈ ਕਰਦਾ ਹੈ, ਪਰਮਾਤਮਾ ਦੇ ਨਾਲ ਜਿਹਦੀ ਸਾਂਝ ਬਣੀ ਹੋਈ ਹੈ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਸਤਿਗੁਰੂ ਕਹਿੰਦੇ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲੇ ਬਹੁਤ ਵਿਕਾਰਾ। ਸਤਿਗੁਰੂ ਕਹਿੰਦੇ ਹੇ ਮੂਰਖ ਬੰਦਿਆ, ਹੇ ਗਵਾਰ, ਆਪਣੀ ਉੱਚੀ ਜਾਤ ਦਾ ਮਾਣ ਨਾ ਕਰ। ਇਸ ਗਰਭ ਤੇ ਚੱਲੇ ਬਹੁਤ ਵਿਕਾਰਾ। ਇਸ ਮਾਣ ਹੰਕਾਰ ਤੋਂ ਭਾਈਚਾਰਕ ਜੀਵਨ ਦੇ ਵਿੱਚ ਕਈ ਵਿਗਾੜ ਚੱਲ ਪੈਂਦੇ ਨੇ, ਬਖਰੇਵੇਂ ਪੈਦਾ ਹੋ ਜਾਂਦੇ ਨੇ। ਪਾਤਸ਼ਾਹ ਕਹਿੰਦੇ ਚਾਰੇ ਵਰਨ ਆਖੈ ਸਭ ਕੋਈ,
ਬ੍ਰਹਮ ਬਿੰਦਤੀ ਸਭ ਓਪਤ ਹੋਈ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਰੇਕ ਮਨੁੱਖ ਇਹੀ ਆਖਦਾ ਹੈ ਕਿ ਬ੍ਰਾਹਮਣ ਖੱਤਰੀ ਵੈਸ ਸ਼ੂਦਰ ਇਹ ਚਾਰ ਹੀ ਵੱਖ-ਵੱਖ ਵਰਨ ਨੇ, ਚਾਰ ਹੀ ਧਰਮ ਨੇ ਵੱਖ-ਵੱਖ। ਤੇ ਸਤਿਗੁਰੂ ਕਹਿੰਦੇ ਬ੍ਰਹਮ ਬਿੰਦਤੀ ਸਭ ਓਪਤ ਹੋਈ। ਪਰ ਇਹ ਲੋਕ ਇਹ ਨਹੀਂ ਸਮਝਦੇ ਕਿ ਪਰਮਾਤਮਾ ਦੀ ਜੋਤ ਰੂਪ ਆ ਅਸਲੀ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਇਹ ਲੋਕ ਨਹੀਂ ਸਮਝਦੇ ਵੀ ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਨੇ ਪੈਦਾ ਕੀਤੀ ਹੋਈ ਹੈ ਤੇ ਸਾਰੇ ਜੀਵ ਚਾਹੇ ਕਿਸੇ ਉਹ ਜਾਤ ਧਰਮ ਦਾ ਨਾਲ ਸੰਬੰਧ ਰੱਖਦਾ ਹੈ, ਸਾਰਿਆਂ ਨੂੰ ਉਸ ਪਰਮਾਤਮਾ ਨੇ ਪੈਦਾ ਕੀਤਾ ਹੈ। ਪਾਤਸ਼ਾਹ ਕਹਿੰਦੇ ਮਾਟੀ ਏਕ ਸਗਲ ਸੰਸਾਰਾ, ਬਹੁ-ਵਿਧ ਭਾਂਡਾ ਘੜੈ ਕੁਮਾਰਾ। ਕਹਿੰਦੇ ਇਹ ਸਾਰਾ ਸੰਸਾਰ ਪਰਮਾਤਮਾ ਨੇ ਆਪਣੀ ਹੀ ਜੋਤ ਤੋਂ ਬਣਾਇਆ ਹੈ। ਚਾਹੇ ਕੋਈ ਕਿਸੇ ਵੀ ਜਾਤੀ ਦੇ ਨਾਲ ਸੰਬੰਧ ਰੱਖਦਾ ਹੋਵੇ, ਮਨੁੱਖਾ ਸਰੀਰ ਤਾਂ ਇੱਕੋ ਹੀ ਹੈ ਨਾ। ਸਾਰਿਆਂ ਸਰੀਰਾਂ ਦੇ ਵਿੱਚ ਇੱਕੋ ਜਿਹਾ ਖੂਨ ਚੱਲ ਰਿਹਾ ਹੈ, ਇੱਕੋ ਜਿਹੀ ਸਰੀਰਾਂ ਦੀ ਬਣਤਰ ਹੈ, ਕਿਉਂਕਿ ਉਹ ਘੁਮਿਆਰ ਜੋ ਭਾਂਡੇ ਬਣਾਉਣ ਵਾਲਾ ਹੈ ਉਹਨੇ ਇੱਕੋ ਹੀ ਘਾੜਤ ਘੜੀ ਹੈ। ਮਾਟੀ ਏਕ ਸਗਲ ਸੰਸਾਰਾ, ਇਹ ਸਾਰਾ ਸੰਸਾਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਹੀ ਜੋਤ ਤੋਂ ਬਣਾਇਆ ਹਰੇਕ ਨੂੰ। ਬਹੁ-ਵਿਧ ਭਾਂਡਾ ਘੜਾ ਕੁਮਾਰਾ, ਜਿਵੇਂ ਕੋਈ ਘੁਮਿਆਰ ਇੱਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ। ਕੋਈ ਘੜਾ ਬਣਾ ਲਿਆ, ਕੋਈ ਚੱਪਣ ਬਣਾਤਾ, ਕੋਈ ਬਠਲੀ ਜੀ ਬਣਾ ਲਈ। ਇਸੇ ਤਰ੍ਹਾਂ ਕਾਰੀਗਰ ਤਾਂ ਇੱਕੋ ਹੀ ਹੈ ਨਾ, ਤੇ ਮਿੱਟੀ ਵੀ ਇੱਕੋ ਹੀ ਹੈ। ਉਸ ਕਾਰੀਗਰ ਨੇ, ਉਸ ਘੁਮਿਆਰ ਨੇ ਇੱਕ ਮਿੱਟੀ ਤੋਂ ਵੱਖ-ਵੱਖ ਭਾਂਡੇ ਬਣਾਤੇ, ਵੱਖ-ਵੱਖ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ ਉਹ ਘੁਮਿਆਰ ਇੱਕੋ ਮਿੱਟੀ ਤੋਂ। ਕਾਰੀਗਰ ਇੱਕੋ ਹੀ ਹੈ। ਪਾਤਸ਼ਾਹ ਕਹਿੰਦੇ ਪੰਜ ਤਤ ਮਿਲ ਦੇਹੀ ਕਾ ਆਕਾਰਾ, ਘਟ ਵਧੈ ਕੋ ਕਰੈ ਵਿਚਾਰਾ। ਪੰਜ ਤੱਤ ਮਿਲ ਕੇ ਸਰੀਰ ਦੀ ਸ਼ਕਲ ਬਣਦੀ ਹੈ। ਸਾਡੇ ਸਰੀਰ ਦੇ ਵਿੱਚ ਪੰਜ ਤੱਤ ਇਕੱਤਰੇ ਹੁੰਦੇ ਨੇ, ਫਿਰ ਸਾਡਾ ਸਰੀਰ ਬਣਦਾ ਹੈ। ਵੱਧ ਘਟ ਕੋ ਕਰੈ ਵਿਚਾਰਾ, ਕੋਈ ਇਹ ਨਹੀਂ ਆਖ ਸਕਦਾ ਕਿ ਕਿਸੇ ਵਰਨ ਵਾਲੇ ਵਿੱਚ ਬਹੁਤੇ ਤੱਤ ਨੇ, ਕਿਸੇ ਵਰਨ ਵਾਲੇ ਵਿੱਚ ਥੋੜ੍ਹੇ ਤੱਤ ਨੇ। ਭਾਵ ਜਾਂ ਇੱਦਾਂ ਕਹਿ ਲਓ ਵੀ ਜਿਹੜਾ ਆਪਣੇ ਆਪ ਨੂੰ ਉੱਚੀ ਜਾਤ ਦਾ ਹੰਕਾਰ ਕਰਦਾ ਵੀ ਮੈਂ ਉੱਚੀ ਜਾਤੀ ਵਾਲਾ, ਉਹਦੇ ਸਰੀਰ ਵਿੱਚ ਕਿਹੜਾ ਲਹੂ ਦੇ ਥਾਂ ਤੇ ਦੁੱਧ ਵਗ ਰਿਹਾ ਹੈ? ਉਹਦੇ ਸਰੀਰ ਦੇ ਵਿੱਚ ਕਿਹੜਾ ਵੀ ਲਹੂ ਦੇ ਥਾਂ ਤੇ ਦੁੱਧ ਚੱਲ ਰਿਹਾ ਹੈ? ਉਸ ਹਰੇਕ ਦੇ ਸਰੀਰ ਵਿੱਚ ਇੱਕੋ ਹੀ ਖੂਨ ਚੱਲ ਰਿਹਾ ਹੈ, ਇੱਕੋ ਹੀ ਰੰਗ ਦਾ। ਸਾਰਿਆਂ ਦੇ ਸਰੀਰ ਪੰਜਾਂ ਤੱਤਾਂ ਤੋਂ ਬਣੇ ਨੇ, ਚਾਹੇ ਕੋਈ ਉੱਚੀ ਜਾਤ ਦਾ, ਚਾਹੇ ਕੋਈ ਨੀਵੀਂ ਜਾਤ ਦਾ ਹੈ। ਸਾਰਿਆਂ ਦੇ ਸਰੀਰ ਇੱਕੋ ਹੀ ਮਿੱਟੀ ਤੋਂ ਪ੍ਰਮਾਤਮਾ ਨੇ ਬਣਾਏ ਨੇ। ਤੇ ਕੋਈ ਕਹਿ ਨਹੀਂ ਸਕਦਾ ਵੀ ਮੈਂ ਉੱਚੀ ਕੁਲ ਵਾਲਾ, ਮੇਰੇ ਵਿੱਚ ਤੱਤ ਵੱਧ ਪਾਏ ਨੇ ਪ੍ਰਮਾਤਮਾ ਨੇ। ਚਾਹੇ ਕੋਈ ਆਪਣੇ ਆਪ ਨੂੰ ਉੱਚਾ ਕਹੀ ਜਾਵੇ, ਚਾਹੇ ਕੋਈ ਨੀਵਾਂ ਸਮਝੀ ਜਾਵੇ, ਸਾਰਿਆਂ ਦੇ ਸਰੀਰ ਪਰਮਾਤਮਾ ਨੇ ਪੰਜਾਂ ਤੱਤਾਂ ਤੋਂ ਇੱਕੋ ਮਿੱਟੀ ਤੋਂ ਬਣਾਏ ਨੇ। ਸਾਰਿਆਂ ਵਿੱਚ ਪੰਜ ਤੱਤ ਨੇ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਹਿਤ ਨਾਨਕ ਇਹੋ ਜੀਓ ਕਰਮ ਬੰਧ ਹੋਈ, ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਨਾਨਕ ਆਖਦਾ ਕਿ ਭਾਵੇਂ ਕੋਈ ਬ੍ਰਾਹਮਣ ਹੋਵੇ, ਭਾਵੇਂ ਕੋਈ ਸ਼ੂਦਰ ਹੋਵੇ, ਹਰੇਕ ਜੀਵ ਆਪੋ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਬੱਝਾ ਹੋਇਆ ਹੈ। ਆਪੋ ਆਪਣੇ ਜਿਹੋ ਜਿਹੇ ਕੋਈ ਮਨੁੱਖ ਕਰਮ ਕਰਦਾ ਉਹ ਜੇ ਉਹਨੂੰ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਰੇ ਆਪਣੇ ਕਰਮਾਂ ਦੇ ਨਾਲ ਬੱਝੇ ਹੋਏ ਨੇ ਤੇ ਗੁਰੂ ਨੂੰ ਮਿਲਣ ਤੋਂ ਬਿਨਾਂ ਕੀਤੇ ਸੰਸਕਾਰਾਂ ਦੇ ਬੰਧਨਾਂ ਤੋਂ ਕਦੇ ਵੀ ਖੁਲਾਸੀ ਨਹੀਂ ਹੋ ਸਕਦੀ। ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਬਚਨ ਨੇ 1127 ਅੰਗ ਤੇ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਜੇ ਸਮਾਂ ਮਿਲਿਆ ਕਿਤੇ ਪੜ੍ਹ ਕੇ ਵਿਚਾਰ ਕੇ ਵੇਖਿਓ। ਪਾਤਸ਼ਾਹ ਕਹਿੰਦੇ ਮਾਣ ਨਹੀਂ ਕਰੀਦਾ ਤੇ ਮਾਣ ਠੀਕ ਨਹੀਂ। ਹੰਕਾਰ ਹੈ
ਤੇ ਹਰ ਇੱਕ ਨੂੰ ਨਰਕਾਂ ਦਾ ਭਾਗੀ ਬਣਾਉਂਦਾ ਇਹ ਹੰਕਾਰ, ਜਿਹੜਾ ਕਹਿੰਦਾ ਵੀ ਮੈਂ ਉੱਚੀ ਕੁਲ ਜਾਤ ਦਾ ਹਾਂ। ਸਤਿਗੁਰੂ ਕਹਿੰਦੇ ਜੀਵ ਕਰਮਾਂ ਦੇ ਬੰਧਨਾਂ ਦੇ ਵਿੱਚ ਹੈ ਤੇ ਸਤਿਗੁਰੂ ਤੋਂ ਮਿਲੇ ਤੋਂ ਬਿਨਾਂ ਮੁਕਤ ਨਹੀਂ ਹੁੰਦਾ। ਭਾਵ ਗੁਰੂ ਮਿਲੇ, ਗੁਰੂ ਨਾਮ ਸਿਮਰਨ ਦਾ ਉਪਦੇਸ਼ ਦੇਵੇ, ਉਸ ਉਪਦੇਸ਼ ਦੇ ਆਸਰੇ ਭਗਤੀ ਹੋਵੇ। ਜੋ ਭਗਤੀ ਕਰੇ ਉਹ ਸਮਝੋ ਭਗਤ ਹੈ, ਉਹ ਬ੍ਰਾਹਮਣ ਹੈ ਜਿਹੜਾ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਿਆ ਹੋਇਆ, ਚੰਗੇ ਕਰਮ ਕਰ ਰਹੇ ਹੈ। ਜਨਮ ਜਾਤ ਭਾਵੇਂ ਕੋਈ ਵੀ ਹੋਵੇ, ਐਸੇ ਭਗਤ ਕਬੀਰ ਸਾਹਿਬ ਜੀ, ਭਗਤ ਸਧਨਾ ਜੀ ਤੇ ਭਗਤ ਰਵਿਦਾਸ ਜੀ ਹੋਏ ਨੇ ਸਾਧ ਸੰਗਤ ਜੀ, ਜਿਨ੍ਹਾਂ ਨੇ ਜਗਤ ਨੂੰ ਨਵੀਂ ਜੀਵਨ ਰੌਸ਼ਨੀ ਬਖਸ਼ੀ। ਭਗਤ ਰਵਿਦਾਸ ਮਹਾਰਾਜ ਜੀ 14ਵੀਂ ਸਦੀ ਦੇ ਵਿੱਚ ਅਵਤਾਰ ਧਾਰਨ ਕੀਤਾ ਸਾਧ ਸੰਗਤ ਜੀ, 14ਵੀਂ ਸਦੀ ਦੇ ਵਿੱਚ। ਤੇ ਆਪ ਭਗਤ ਰਵਿਦਾਸ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਸਮਕਾਲੀ ਸਨ, ਉਹਨਾਂ ਸਮਿਆਂ ਦੇ ਵਿੱਚ ਸੀ। ਤੇ ਸਾਧ ਸੰਗਤ ਜੀ ਉਸ ਵੇਲੇ ਨਾ ਇੱਕ ਭਗਤੀ ਲਹਿਰ ਚੱਲੀ ਉਹਨਾਂ ਸਮਿਆਂ ਦੇ ਵਿੱਚ। ਤੇ ਭਗਤੀ ਲਹਿਰ ਦੇ ਸਮੇਂ ਜਾਤ ਪਾਤ ਦਾ ਜ਼ੋਰ ਵੱਧ ਗਿਆ ਸਾਧ ਸੰਗਤ ਜੀ। ਉਸ ਸਮੇਂ ਬ੍ਰਾਹਮਣ ਦਾ ਜ਼ੋਰ ਸੀ ਉਹਨਾਂ ਸਮਿਆਂ ਦੇ ਵਿੱਚ। ਹੋਰ ਜਾਤੀਆਂ ਦੇ ਵਿੱਚ ਵੀ ਜਿਨ੍ਹਾਂ ਨੂੰ ਸ਼ੂਦਰ ਕਹਿ ਕੇ ਉਹਨਾਂ ਸਮਿਆਂ ਵਿੱਚ ਬੁਲਾਇਆ ਜਾਂਦਾ ਸੀ ਨਾ ਸਾਧ ਸੰਗਤ ਜੀ, ਹੋਰ ਅਸੂਤ ਜਾਤੀਆਂ ਦੇ ਵਿੱਚ ਜੇ ਕੋਈ ਭਗਤੀ ਕਰਦਾ ਸੀ ਤੇ ਉੱਚ ਜਾਤੀਆਂ ਵਾਲੇ ਭਗਤੀ ਨਹੀਂ ਸੀ ਕਰਨ ਦਿੰਦੇ ਉਸ ਨੂੰ, ਵੀ ਤੂੰ ਭਗਤੀ ਨਹੀਂ ਕਰ ਸਕਦਾ, ਤੂੰ ਪਰਮਾਤਮਾ ਦੀ ਬੰਦਗੀ ਨਹੀਂ ਕਰ ਸਕਦਾ, ਤੂੰ ਤਾਂ ਸ਼ੂਦਰ ਹੈ, ਤੂੰ ਤਾਂ ਨੀਵੀਂ ਜਾਤ ਵਾਲਾ ਹੈ। ਉਹਨਾਂ ਸਮਿਆਂ ਦੇ ਵਿੱਚ ਇਹ ਭਗਤੀ ਕਰਨ ਤੋਂ ਛੋਟੇ ਲੋਕਾਂ ਨੂੰ ਰੋਕਿਆ ਜਾਂਦਾ ਸੀ ਵੱਡੀਆਂ ਜਾਤ ਅਭਿਮਾਨੀਆਂ ਦੇ ਵੱਲੋਂ ਸਾਧ ਸੰਗਤ ਚ। ਜਿਹੜਾ ਦ੍ਰਿੜ ਵਿਸ਼ਵਾਸ ਦੇ ਨਾਲ ਜੇ ਕੋਈ ਭਗਤੀ ਕਰਦਾ ਤਾਂ ਉਹਨਾਂ ਸਮਿਆਂ ਦੇ ਵਿੱਚ ਉਹ ਅੱਗੇ ਵੱਧ ਜਾਂਦਾ ਸੀ ਸਾਧ ਸੰਗਤ ਜੀ। ਪਰਮਾਤਮਾ ਉਸ ਦੀ ਸ਼ੋਭਾ ਵਧਾਉਂਦਾ ਤੇ ਉਹਨਾਂ ਨੂੰ, ਪੰਡਤਾਂ ਨੂੰ ਵੀ ਉਹਨਾਂ ਦੇ ਚਰਨੀ ਪਵਾ ਦਿੰਦਾ ਹੈ ਸਾਧ ਸੰਗੀ ਪਰਮਾਤਮਾ। ਸ਼੍ਰੋਮਣੀ ਭਗਤ ਬਾਬਾ ਰਵਿਦਾਸ ਸਾਹਿਬ ਜੀ ਇੱਕ ਗਰੀਬ ਚਮਾਰ ਜਾਤੀ ਦੇ ਘਰ ਵਿੱਚ ਪੈਦਾ ਹੋਏ, ਪਰ ਪੂਰਬਲੇ ਲੇਖਾਂ ਦੇ ਕਾਰਨ ਜਨਮ ਤੋਂ ਹੀ ਭਗਤੀ ਕਰਨ ਲੱਗ ਪਏ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਸਾਹਿਬ ਜੀ। ਸ੍ਰੀ ਗੁਰੂ ਰਾਮਾਨੰਦ ਜੀ ਦੇ ਨਾਲ ਮੇਲ ਹੋ ਗਿਆ ਉਹਨਾਂ ਦਾ ਤੇ ਉਹਨਾਂ ਦੇ ਚੇਲੇ ਬਣ ਗਏ। ਤੇ ਸਭ ਤੋਂ ਵੱਡੀ ਕਰਾਮਾਤ ਕਹਿੰਦੇ ਗੰਗਾ ਨੇ ਇਸਤਰੀ ਰੂਪ ਹੋ ਕੇ ਹੱਥ ਉੱਪਰ ਕਰਕੇ ਭਗਤ ਜੀ ਦੀ ਭੇਟਾ ਪ੍ਰਵਾਨ ਕੀਤੀ, ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਕਰਦੇ ਨੇ। ਭਗਤ ਕਹਿੰਦੇ ਨਾਵਣ ਆਇਆ ਸੰਗ ਮਿਲ ਬਰਨਾਰਸ ਕਰ ਗੰਗਾ ਥੇਟਾ, ਕੱਢ ਕਸੀਰਾ ਸੌਂਪਿਆ ਰਵਿਦਾਸੈ ਗੰਗਾ ਕੀ ਭੇਟਾ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਕਿ ਸਭ ਤੋਂ ਵੱਡੀ ਕਰਾਮਾਤ ਕਿ ਗੰਗਾ ਨੇ ਇਸਤਰੀ ਰੂਪ ਹੋ ਕੇ ਹੱਥ ਉੱਪਰ ਕਰਕੇ ਭਗਤ ਰਵਿਦਾਸ ਜੀ ਦੀ ਭੇਟਾ ਪ੍ਰਵਾਨ ਕੀਤੀ। ਸਾਧ ਸੰਗਤ ਜੀ, ਗੱਲ ਕੀ ਸੀ ਕਿ ਭਗਤ ਜੀ ਪ੍ਰੇਮਾ ਭਗਤੀ, ਗੱਲ ਕੀ ਭਗਤ ਜੀ ਪ੍ਰੇਮਾ ਭਗਤੀ, ਮਨੁੱਖ ਜਾਤੀ ਦੀ ਏਕਤਾ, ਮਾਨਵਤਾ ਦਾ ਏਕਤਾ ਦਾ ਪ੍ਰਚਾਰ ਕਰਦੇ ਰਹੇ ਬਾਬਾ ਰਵਿਦਾਸ ਭਗਤ ਜੀ। ਤੇ ਆਪ ਹੀ ਦੀ ਕਿਰਪਾ ਦਾ ਫਲ ਇਹ ਹੈ ਕਿ ਪੂਰਬ ਵਿੱਚ ਭਗਤੀ ਦੀ ਲਹਿਰ ਚੱਲੀ। ਬਨਾਰਸ ਵਰਗੇ ਕੱਟੜ ਹਿੰਦੂ ਤੀਰਥ ਉੱਤੇ ਵੀ ਆਪ ਜੀ ਦਾ ਜਸ ਹੋਇਆ ਉਹਨਾਂ ਦਿਨਾਂ ਦੇ ਵਿੱਚ। ਸਾਧ ਸੰਗਤ ਜੀ, ਇਹ ਕੱਟੜ ਹਿੰਦੂ ਤੀਰਥ ਸਥਾਨ ਹੈ ਬਨਾਰਸ, ਤੇ ਉੱਥੇ ਵੀ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਸਾਹਿਬ ਜੀ ਦਾ ਜਸ ਹੋਇਆ। ਤੇ ਨਿੱਕੀ ਜਾਤ ਵਾਲੇ ਲੋਕ ਧਾਨ ਉੱਚੀ ਕਰਕੇ ਚੱਲਣ ਲੱਗੇ ਉਹਨਾਂ ਸਮਿਆਂ ਦੇ ਵਿੱਚ, ਜਿਨ੍ਹਾਂ ਨੂੰ ਧਰਕਾਰਿਆ ਜਾਂਦਾ ਸੀ। ਸਾਧ ਸੰਗਤ ਜੀ,
ਉਹਨਾਂ ਦਿਨਾਂ ਦੇ ਵਿੱਚ ਬ੍ਰਾਹਮਣਾਂ ਨੇ ਬੜਾ ਰੌਲਾ ਪਾਇਆ, ਪਰ ਕਿਸੇ ਦਾ ਭਗਤ ਰਵਿਦਾਸ ਜੀ ਦੇ ਉੱਤੇ ਜ਼ੋਰ ਨਾ ਪਿਆ ਸਾਧ ਸੰਗਤ ਜੀ, ਕਿਉਂਕਿ ਪ੍ਰਮਾਤਮਾ ਆਪਣੇ ਭਗਤਾਂ ਦੀ ਲਾਜ ਰੱਖਦਾ ਆਇਆ। ਉਸ ਵੇਲੇ ਦੇ ਮਸ਼ਹੂਰ ਹਿੰਦੂ ਰਾਜੇ ਰਾਣੇ ਭਗਤ ਰਵਿਦਾਸ ਜੀ ਦੇ ਚਰਨੀ ਲੱਗੇ ਸਾਧ ਸੰਗਤ ਜੀ। ਉਹਨਾਂ ਦੀ ਮਹਿਮਾ ਕਥਨ ਤੋਂ ਬਾਹਰ ਸੀ। ਗੱਲ ਕੀ, ਭਗਤ ਰਵਿਦਾਸ ਜੀ ਪਾਰ ਬ੍ਰਹਮ ਪਰਮਾਤਮਾ ਵੱਲੋਂ ਗਰੀਬਾਂ ਦੇ ਵਿੱਚ ਸ੍ਰੀ ਵਿਸ਼ਨੂੰ ਨੂੰ ਭੇਜ ਕੇ ਇਹ ਪ੍ਰਗਟ ਕੀਤਾ ਕਿ ਪਰਮੇਸ਼ਰ ਭਗਤ ਉੱਚੀਆਂ ਜਾਤੀਆਂ ਵਾਸਤੇ ਨਹੀਂ, ਸਮਾਜ ਦੇ ਵਿੱਚ ਜਿਹੜੇ ਮਿਹਨਤੀ ਲੋਕ ਨੇ ਉਹ ਵੀ ਭਗਤੀ ਕਰਨ ਤਾਂ ਪਰਮਾਤਮਾ ਦੀਆਂ ਰਿੱਧੀਆਂ ਸਿੱਧੀਆਂ ਤੇ ਚਮਤਕਾਰ ਪ੍ਰਾਪਤ ਕਰ ਸਕਦੇ ਨੇ। ਕੋਈ ਵੀ ਭਗਤੀ ਕਰਨ ਤੋਂ ਵਾਂਝਾ ਨਹੀਂ ਰਹਿ ਸਕਦਾ। ਕਿਸੇ ਧਰਮ ਦਾ ਹੋਵੇ, ਉਹ ਭਗਤੀ ਕਰਨ ਦਾ, ਪਰਮਾਤਮਾ ਦਾ ਨਾਮ ਜਪਣ ਦਾ ਸਾਰਿਆਂ ਨੂੰ ਬਰਾਬਰ ਦਾ ਹੱਕ ਹੈ ਸਾਧ ਸੰਗਤ ਜੀ। ਹਿੰਦੂ ਧਰਮ ਦੀ ਮਰਿਆਦਾ ਕਾਇਮ ਕਰਨ ਵਾਲੇ ਰਿਸ਼ੀ ਮਨੂ ਜੀ ਨੇ ਵੀ ਜਦੋਂ ਸਿਮਰਤੀਆਂ ਤਿਆਰ ਕੀਤੀਆਂ ਨਾ ਸਾਧ ਸੰਗਤ ਜੀ, ਤਾਂ ਉਹਨਾਂ ਨੇ 4 ਵਰਨ ਬਣਾ ਦਿੱਤੇ, 4 ਧਰਮ ਬਣਾ ਦਿੱਤੇ। ਕੰਨਾਂ ਦੇ ਲਿਹਾਜ਼ ਦੇ ਨਾਲ ਮਨੁੱਖਾਂ ਨੂੰ 4 ਭਾਗਾਂ ਦੇ ਵਿੱਚ ਵੰਡ ਦਿੱਤਾ। ਜਦੋਂ ਸਿਮਰਤੀਆਂ ਤਿਆਰ ਹੋਈਆਂ, ਮਨੂ ਨੇ ਤਿਆਰ ਕੀਤੀਆਂ ਜਿਸ ਵੇਲੇ ਸਾਧ ਸੰਗਤ ਜੀ, ਇਹਨਾਂ ਦੇ 4 ਵਰਨਾਂ ਦੇ ਵਿੱਚੋਂ 1 ਨੰਬਰ ਤੇ ਬ੍ਰਾਹਮਣਾਂ ਨੂੰ ਰੱਖਿਆ ਗਿਆ, ਜਿਨ੍ਹਾਂ ਨੂੰ ਹਿੰਦੂ ਧਰਮ ਦੇ ਅਨੁਸਾਰ ਕਹਿੰਦੇ ਉਹਨਾਂ ਸਮਿਆਂ ਦੇ ਵਿੱਚ ਬ੍ਰਾਹਮਣਾਂ ਨੂੰ 1 ਨੰਬਰ ਤੇ ਰੱਖਿਆ ਗਿਆ, ਜਿਨ੍ਹਾਂ ਦਾ ਕੰਮ ਰੱਖਿਆ ਵੇਦ ਪੜ੍ਹਨੇ ਪੜ੍ਹਾਉਣੇ, ਪੂਜਾ ਕਰਨੀ ਤੇ ਪੂਜਾ ਕਰਾਉਣੀ। ਤੇ ਸਭ ਤੋਂ ਉੱਤਮ ਦੂਸਰਾ ਦਰਜਾ ਦਿੱਤਾ ਗਿਆ ਕਸ਼ਤਰੀਆਂ ਨੂੰ ਅਥਵਾ ਖੱਤਰੀਆਂ ਨੂੰ ਸਾਧ ਸੰਗਤ ਜੀ, ਦੂਸਰਾ ਦਰਜਾ, ਜਿਨ੍ਹਾਂ ਦੇ ਵਿੱਚ ਰਾਜਪੂਤ ਵੀ ਸਾਰੇ ਉਹਨਾਂ ਧਰਮਾਂ ਦੀ ਰੱਖਿਆ ਕਰਨਾ, ਰਾਜ ਦੀ ਰਾਖੀ ਕਰਨ ਵਾਸਤੇ ਫੌਜੀ ਬਣਨਾ, ਘੋੜੇ ਤੇ ਊਠ ਹਾਥੀ ਵੀ ਸਵਾਰੀ ਕਰਨਾ, ਇਹਨਾਂ ਨੂੰ ਉਸ ਸਮੇਂ ਤੇ ਦੂਸਰੇ ਨੰਬਰ ਤੇ ਰੱਖਿਆ ਗਿਆ ਸਾਧ ਸੰਗਤ ਜੀ। ਤੀਸਰੇ ਨੰਬਰ ਤੇ ਵੈਸ ਬਣਾਏ ਗਏ। ਇਹਨਾਂ ਦੇ ਵਿੱਚ ਦੁਕਾਨਦਾਰ, ਕਿਸਾਨ, ਦੋਹਾਂ ਜਾਤੀਆਂ ਦੀ ਸੇਵਾ ਕਰਨ ਵਾਲੇ, ਭਾਵ ਰੋਟੀਆਂ ਪਕਾਉਣਾ, ਵਸਤਰ ਧੋਣੇ, ਆਓ ਭਗਤ ਤੇ ਸੁੱਖ ਦੇ ਸਾਧਨਾਂ ਨੂੰ ਕਾਇਮ ਰੱਖਣ ਦੇ ਵਿੱਚ ਸਹਾਇਤਾ ਹੋਣਾ। ਤੇ ਇਹਨਾਂ ਜਿਹੜੇ ਤੀਜੇ ਨੰਬਰ ਤੇ ਰੱਖੇ, ਇਹਨਾਂ ਕੋਲੇ ਉਸ ਸਮੇਂ ਦੇ ਵਿੱਚ ਜ਼ਮੀਨਾਂ ਹੁੰਦੀਆਂ ਸੀ ਸਾਧ ਸੰਗਤ ਜੀ, ਇਹਨਾਂ ਕੋਲੇ ਜ਼ਮੀਨ ਹੁੰਦੀ ਸੀ। ਚੌਥੀ ਵੰਡ ਦੇ ਲੋਕਾਂ ਦਾ ਨਾਮ ਰੱਖਿਆ ਗਿਆ ਸ਼ੂਦਰ ਸਾਧ ਸੰਗਤ ਜੀ, ਜਿਨ੍ਹਾਂ ਨੂੰ ਚੌਥੇ ਥਾਂ ਤੇ ਰੱਖਿਆ ਹੈ, ਉਹਨਾਂ ਦਾ ਨਾਮ ਰੱਖਿਆ ਗਿਆ ਸ਼ੂਦਰ। ਤੇ ਉਹਨਾਂ ਦਾ ਕੰਮ ਕੀ ਸੀ ਸ਼ੂਦਰਾਂ ਦਾ ਸਾਧ ਸੰਗਤ ਜੀ? ਉਹਨਾਂ ਸਮਿਆਂ ਦੇ ਵਿੱਚ ਉਹਨਾਂ ਦਾ ਕੰਮ ਉੱਪਰਲੀਆਂ 3 ਸ਼੍ਰੇਣੀਆਂ ਦੇ ਮਨੁੱਖਾਂ ਦੀ ਸੇਵਾ ਕਰਨੀ ਸੀ। ਬ੍ਰਾਹਮਣਾਂ ਦੀ, ਖੱਤਰੀਆਂ ਦੀ, ਵੈਸਾਂ ਦੀ, ਵੀ ਤਿੰਨਾਂ ਦੀ ਸੇਵਾ ਕਰਨੀ ਆ ਤੁਸੀਂ। ਉਹਨਾਂ ਦਾ ਕੰਮ ਸੀ ਉੱਪਰਲੀਆਂ 3 ਸ਼੍ਰੇਣੀਆਂ ਦੀ ਮਨੁੱਖਾਂ ਦੀ ਸੇਵਾ ਕਰਨੀ। ਤੇ ਸ਼ੂਦਰਾਂ ਦੀ ਗਿਣਤੀ ਉੱਪਰਲੀਆਂ 3 ਸ਼੍ਰੇਣੀਆਂ ਦੇ ਨਾਲੋਂ ਚੌਖੀ ਸੀ ਸਾਧ ਸੰਗਤ ਜੀ, ਬਹੁਤੀ ਰੱਖੀ ਗਈ। ਸ਼ੂਦਰਾਂ ਦੀ ਗਿਣਤੀ ਵੱਧ ਰੱਖੀ ਗਈ ਉਹਨਾਂ ਸਮਿਆਂ ਦੇ ਵਿੱਚ। ਤੇ ਉਹਨਾਂ ਸਮਿਆਂ ਦੇ ਵਿੱਚ ਹੀ ਸਾਧ ਸੰਗਤ ਜੀ ਸ਼ੂਦਰਾਂ ਵਾਸਤੇ ਹੁਕਮ ਕੀਤਾ ਗਿਆ ਕਿ ਉਹ ਨਾ ਤਾਂ ਪੂਜਾ ਕਰ ਸਕਦੇ ਨੇ, ਨਾ ਮੰਦਰ ਵਿੱਚ ਜਾ ਸਕਦੇ ਨੇ, ਨਾ ਵੇਦ ਪੜ੍ਹ ਸਕਦੇ ਨੇ, ਨਾ ਸੁਣਾ ਸਕਦੇ ਨੇ। ਗੱਲ ਕੀ ਸਾਧ ਸੰਗਤ ਜੀ, ਚੰਗਾ ਕੰਮ ਕੋਈ ਸ਼ੂਦਰ ਕਰ ਹੀ ਨਹੀਂ ਸਕਦਾ। ਉਹਨਾਂ ਸਮਿਆਂ ਦੇ ਵਿੱਚ ਐਡੀ ਵੱਡੀ ਪਾਬੰਦੀ ਲਾ ਦਿੱਤੀ ਵੀ ਚੰਗਾ ਕਰਮ ਕੋਈ ਸ਼ੂਦਰ ਕਰ ਨਹੀਂ ਸਕਦਾ, ਕੋਈ ਨਹੀਂ ਕੰਮ ਕਰ ਸਕਦਾ ਐਸਾ ਸਮਾਜ ਦੇ ਵਿੱਚ। ਤੇ ਸਮਾਜ ਵਿੱਚ ਅੱਗੇ ਹੋ ਕੇ ਬੈਠਣ ਤੋਂ ਰੋਕ ਸੀ ਸਾਧ ਸੰਗਤ ਜੀ ਇਹਨਾਂ ਚੌਥੇ ਵਰਨ ਦੇ ਲੋਕਾਂ ਨੂੰ, ਵੀ ਤੁਸੀਂ ਅੱਗੇ ਨਹੀਂ ਬੈਠ ਸਕਦੇ, ਤੁਸੀਂ ਸਾਰਿਆਂ ਤੋਂ ਪਿੱਛੇ ਬੈਠਣਾ ਹੈ। ਇਹ ਰੋਕ ਸੀ ਉਹਨੂੰ ਉਸ ਸਮੇਂ ਦੇ ਵਿੱਚ। ਬਸ ਤੁਸੀਂ ਜੋੜਿਆਂ ਦੇ ਵਿੱਚ ਜਾਂ ਪਰ ਪਿੱਛੇ ਹੋ ਕੇ ਬੈਠਣਾ, ਜਿਹੜੇ ਚੌਥੇ ਵਰਨ ਦੇ ਵਿੱਚ ਰੱਖਿਆ ਗਿਆ, ਜਿਨ੍ਹਾਂ ਨੂੰ ਸ਼ੂਦਰ ਰੱਖਿਆ ਗਿਆ। ਕਿਉਂ? ਰੱਬ ਦੇ ਬੰਦਿਆਂ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ ਸਾਧ ਸੰਗਤ ਜੀ ਵਿਤਕਰਾ ਕੀਤਾ ਗਿਆ।
उस वितकरे के विरुद्ध श्रोमणी भगत बाबा रविदास जी ने एक तकड़ा घोल लड़ाई की उस समय उन्हां ब्राह्मणां दे नाल, उच्ची कुल वालियां दे नाल साध संगत जी। ते फिर आखिर जित नेकी ते भगती दी होई साध संगत जी। उन्हां समयां दे विच भगत रविदास जी नूं राजां ते ब्राह्मणां ने अपना गुरु मन्निया। उन्हां दिनां दे विच एडी लड़ाई लड़ी श्रोमणी भगत बाबा रविदास साहब जी ने। ते साध संगत जी भारत दे विच जो भगती दी लहर चली सी ना, उस दे विच श्रोमणी भगत बाबा रविदास साहब जी दा बड़ा उच्चा अस्थान सी। उस लहर दे विच महान महापुरखां ते इउं कहिए कि भगतां विच वड्डे भगत मन्ने गए श्रोमणी भगत बाबा रविदास साहब जी। सारियां भगतां विच वड्डे भगत मन्ने गए। ऐसे भगत हैं। आओ आप रल मिल के उन्होंने जीवन बारे उस विचार होर करके आप ऐसे भगतां ते अवतारां दियां जीवन जो साखियां असीं सुणांगे ना साध संगत जी, जे असीं सुणदे रहीए तां जीवन विच बहुत सारियां चंगियां तब्दीलियां साडे जीवन विच आ जाणगीਆਂ। भी उन्हां समयां दे विच इन्ना धक्का कीता जांदा सी। श्रोमणी भगत बाबा रविदास जी का जन्म गंगा के किनारे ते महान पूजनिक शहर कांसी बनारस दे विच होया साध संगत जी। उन्हां दा जन अवतार होया ते आप जी दे पिता रघु राम जी साध संगत जी उन्हां दिनां दे विच चमड़े दा काम करदे सन ते दुनिया दी कायम कीती जात चमार दे विचों होए ने भाई रघु जी साध संगत जी। ते श्रोमणी भगत बाबा रविदास साहब जी दी माता जिहदा नाम इतिहास विच जिक्र आउंदा धुरबिनिया जी, वो एक मेहनती नेक मां सी साध संगत जी, जो अकाल पुरख वाहिगुरू परमेश्वर ते भरोसा रखदी सी। पति पत्नी दोहां दा जीवन साझा भरिया होण करके ना उन्हां समयां दे विच उन्हां कोले पैसे भी सी साध संगत जी, चंगे पैसे सी। ते बच्चे दा जदों जन्म होया इन्हां दे घर दे विच माता धुरबिनिया दी कुख नूं भाग लगे ते घर दे विच बड़ी खुशी मनाई गई साध संगत जी। खुशी मनाई, उन्होंने खुशी की ते बाजे बजाए अपने सारे भाईचारे नूं रोटी भी सकाई साध संगत जी। भाईचारे नूं प्रसादा पानी सकाया ते कांसी दे विच स्वामी रामानंद जी का बड़ा मान सत्कार सी। उन्हां समयां दे विच कांसी दे विच आप गरीबां दे गुरु मन्ने जांदे सन। आप गरीबां दे मुहल्लियां विच चल पैंदे ते लोकां दे दुख सुख पुछदे होए राम नाम दे सिमरने वाल जीवां नूं लाउंदे परमात्मा दी बंदगी दे नाल जोड़दे रहे। जदों भगत रविदास साहब जी दा अवतार होया ना साध संगत जी, अजे 5 के दिन होए सी ते 5 दिनां तो वो अपनी माता दा दुध नहीं लै रहे सी। 5 दिनां तो बस इको ही काम सी भी भगत रविदास साहब जी जो 5 दिनां दे सी ना दुध नहीं चुंगदे सी ते हर वेले बस रोई जांदे सी। हुण बच्चा रोंदा होवे ते माँ दे कालज नूं तकलीफ तां हुंदी है ना साध संगत जी, भी बच्चे नूं की गल है, बच्चा रो क्यों रहा, बच्चे नूं की तकलीफ है, क्योंकि उहदी आंदरां दी अग हुंदी है ना। जदों भगत रविदास जी रोई गए दुध चुंघिया ना करन ते मां दे कलेजे नूं दुखी करदा सी बच्चे दा रोना साध संगत जी। उसने अपने पति रघु जी नूं आख्या कि जी किसी को जाके पुछो ये जोड़ा अपना बालक है 5 दिनों का हो गया दुध नहीं चुंघ रहा ते रोई जांदा
ਜਿਵੇਂ ਕਿ ਇਸ ਦੁਨੀਆ ਦੇ ਵਿੱਚ ਆਉਣਾ ਇਹਨੂੰ ਚੰਗਾ ਨਹੀਂ ਲੱਗਿਆ। ਹੋ ਸਕਦਾ ਇਸ ਕਰਕੇ ਰੋਂਦਾ ਹੋਵੇ ਕਿ ਭਗਵਾਨ ਨੇ ਉਸ ਨੂੰ ਅਸਾਂ ਗਰੀਬਾਂ ਦੇ ਘਰਾਂ ਵਿੱਚ ਭੇਜ ਦਿੱਤਾ, ਸਾਡੇ ਗਰੀਬਾਂ ਦੇ ਘਰਾਂ ਦੇ ਵਿੱਚ ਇਹਦਾ ਜਨਮ ਹੋਇਆ, ਇਸੇ ਕਰਕੇ ਰੋਂਦਾ ਹੋਵੇ। ਅਸੀਂ ਨੀਵੀਂ ਜਾਤ ਦੇ ਚਮੜੇ ਦੇ ਨਾਲ ਦਿਨ ਰਾਤ ਘੁਲਦੇ ਹਾਂ। ਰਘੂ ਜੀ ਕਹਿ ਲਗੇ ਤੁਹਾਨੂੰ ਵਿਧੀਆਂ ਐਸੀਆਂ ਗੱਲਾਂ ਨਾ ਕਰੋ, ਗੱਲ ਤਾਂ ਕਿਰਤ ਦੀ ਹੈ, ਅਸੀਂ ਕਿਸੇ ਨਾਲੋਂ ਮਾੜੇ ਨਹੀਂ। ਮਾਤਾ ਜੀ ਕਹਿਣ ਲੱਗੇ ਅਸੀਂ ਕਿਹੜਾ ਕਿਸੇ ਤੋਂ ਮਾੜੇ ਹਾਂ, ਗੱਲ ਤਾਂ ਕਿਰਤ ਦੀ ਹੈ, ਤੇ ਜਾ ਕੇ ਤੁਸੀਂ ਕਿਸੇ ਨੂੰ ਪੁੱਛੋ। ਰਘੂ ਜੀ ਨਾ ਸਾਧ ਸੰਗਤ ਜੀ ਆਪਣੀ ਧਰਮ ਪਤਨੀ ਦਾ ਕਿਹਾ ਮੰਨ ਕੇ ਘਰੋਂ ਬਾਹਰ ਨਿਕਲ ਕੇ ਜੇ ਥੋੜ੍ਹੀ ਦੂਰ ਗਏ ਸੀ ਤੇ ਅੱਗੇ ਸਵਾਮੀ ਰਾਮਾਨੰਦ ਜੀ ਆਉਂਦੇ ਉਹਨਾਂ ਨੂੰ ਨਜ਼ਰ ਆਏ। ਰਿਵਾਜ ਦੇ ਅਨੁਸਾਰ ਉਹਨੇ ਧਰਤੀ ਤੇ ਮੱਥਾ ਟੇਕ ਕੇ ਰਾਮਾਨੰਦ ਜੀ ਨੂੰ ਨਮਸਕਾਰ ਕੀਤੀ, ਸਤਿਕਾਰ ਕੀਤਾ ਰਘੂ ਜੀ ਨੇ। ਸਾਧ ਸੰਗਤ ਜੀ ਜਦੋਂ ਸਤਿਕਾਰ ਕੀਤਾ, ਸਵਾਗਤ ਕੀਤਾ ਤੇ ਰਾਮਾਨੰਦ ਜੀ ਕਹਿਣ ਲੱਗੇ ਸੁਣਾ ਭਗਤਾ ਭਾਈ ਕੀ ਗੱਲ ਹੈ, ਸਰੀਰ ਤਾਂ ਠੀਕ ਹੈ। ਰਘੂ ਜੀ ਕਹਿਣ ਲੱਗੇ ਮਹਾਰਾਜ ਆਪ ਹੀ ਦੀ ਕਿਰਪਾ ਹੈ, ਸਰੀਰ ਤਾਂ ਰਾਜੀ ਹੈ, ਪਰ ਮੇਰੀ ਆਪ ਜੀ ਨੂੰ ਇੱਕ ਬੇਨਤੀ ਹੈ। ਸਵਾਮੀ ਜੀ ਕਹਿਣ ਲੱਗੇ ਕੀ ਬੇਨਤੀ ਕਰਨੀ ਹੈ ਭਾਈ ਸਾਡੇ ਵਾਸਤੇ। ਰਘੂ ਜੀ ਕਹਿਣ ਲੱਗੇ ਮਹਾਰਾਜ ਮੇਰੇ ਘਰ ਦੇ ਵਿੱਚ ਇੱਕ ਬਾਲਕ ਪੈਦਾ ਹੋਇਆ ਤੇ ਅਸੀਂ ਖੁਸ਼ੀ ਖੁਸ਼ੀ ਉਹਦਾ ਨਾਮ ਵੀ ਰਵਿਦਾਸ ਰੱਖਿਆ, ਤੇ ਉਹਨੂੰ ਅੱਜ 5 ਦਿਨ ਹੋ ਗਏ ਬਸ ਰੋਈ ਜਾਂਦਾ, ਦੁੱਧ ਨਹੀਂ ਲੈਂਦਾ ਆਪਣੀ ਮਾਤਾ ਦਾ। ਤੇ ਰਾਤ ਸਮੇਂ ਜਦੋਂ ਉਹਨੇ ਜਨਮ ਲਿਆ ਸੀ ਨਾ, ਤੇ ਨਾਲ ਖੜੀਆਂ ਔਰਤਾਂ ਨੇ ਦੱਸਿਆ ਵੀ ਉਸ ਸਮੇਂ ਘਰ ਦੇ ਵਿੱਚ ਚਾਨਣ ਜਾ ਵੀ ਹੋ ਗਿਆ ਸੀ, ਤੇ ਬਾਲਕ ਬੜਾ ਸੁੰਦਰ ਹੈ, ਪਰ ਇਹ ਦੁੱਖ ਮੈਨੂੰ ਬਹੁਤ ਵੱਡਾ ਲੱਗ ਰਿਹਾ ਵੀ ਬਾਲਕ 5 ਦਿਨਾਂ ਤੋਂ ਰੋਈ ਜਾਂਦਾ, ਦੁੱਧ ਨਹੀਂ ਲੈ ਰਿਹਾ, ਤੇ ਦਇਆ ਕਰੋ, ਆਪ ਦਇਆਬਾਨ ਰਾਮ ਪਿਆਰੇ ਹੋ, ਮੇਰੇ ਬੱਚੇ ਨੂੰ ਜਾ ਕੇ ਦੇਖੋ। ਰਘੂ ਜੀ ਕਹਿਣ ਲੱਗੇ। ਤੇ ਸਾਧ ਸੰਗਤ ਜੀ ਸਵਾਮੀ ਰਾਮਾਨੰਦ ਜੀ ਕਹਿਣ ਲੱਗੇ ਚੱਲ ਭਾਈ ਪ੍ਰੇਮੀਆਂ, ਅੱਜ ਅਸੀਂ ਕਿਸੇ ਜੀਵ ਦੇ ਦਰਸ਼ਨ ਕਰਨ ਲਈ ਬੇਚੈਨ ਫਿਰ ਰਹੇ ਸੀ ਵੀ ਅਸੀਂ ਅੱਜ ਦਰਸ਼ਨ ਕਿਹਦੇ ਕਰਨੇ ਨੇ, ਕੁਝ ਸਮਝ ਨਹੀਂ ਆਉਂਦੀ ਸੀ ਤੇ ਮਨ ਨੂੰ ਕੋਈ ਖਿੱਚ ਪਾ ਰਿਹਾ ਸੀ। ਹੋ ਸਕਦਾ ਤੇਰਾ ਬਾਲਕ ਹੀ ਹੋਵੇ, 4 ਦਿਨ ਤੋਂ ਮੈਂ ਬੜਾ ਉਦਾਸ ਹਾਂ। ਸਵਾਮੀ ਜੀ ਕਹਿਣ ਲੱਗੇ ਮੈਨੂੰ ਕੋਈ ਨਜ਼ਰ ਨਹੀਂ ਆਉਂਦਾ, ਮੈਂ ਕਿਸ ਨੂੰ ਮਿਲਣਾ ਹੈ। ਸਵਾਮੀ ਰਾਮਾਨੰਦ ਜੀ ਉਹ ਆਖਦੇ ਹੋਏ ਨਾ ਭਾਈ ਰਘੂ ਦੇ ਪਿੱਛੇ ਪਿੱਛੇ ਤੁਰ ਪਏ। ਸਾਧ ਸੰਗਤ ਜੀ ਜਦੋਂ ਪਿੱਛੇ ਚੱਲ ਪਏ, ਰਘੂ ਘਰ ਆਇਆ। ਰਘੂ ਖੁਸ਼ ਸੀ ਕਿ ਭਗਵਾਨ ਆਪ ਜੀ ਦੇ ਉਹਨਾਂ ਦੇ ਘਰ ਵਿੱਚ ਆਏ ਹੋਏ ਨੇ, ਉਹਦੇ ਧਨ ਭਾਗ ਨੇ। ਸਵਾਮੀ ਜੀ ਵਿਹੜੇ ਵਿੱਚ ਜਾ ਕੇ ਜਦੋਂ ਖੜੋਤੇ ਨਾ, ਤੇ ਰਘੂ ਜੀ ਅੰਦਰ ਚਲਿਆ ਗਿਆ। ਸਾਧ ਸੰਗਤ ਜੀ ਅੰਦਰੋਂ ਆਪਣੇ ਬਾਲਕ ਨੂੰ ਚੁੱਕ ਕੇ ਬਾਹਰ ਲੈ ਆਇਆ। ਸਵਾਮੀ ਰਾਮਾਨੰਦ ਜੀ ਨੇ ਭਗਤ ਰਵਿਦਾਸ ਜੀ ਨੂੰ ਵੇਖੇ ਨਾ, ਜਿਸ ਵੇਲੇ ਛੋਟੇ ਜੀ, ਉਹਦੇ ਚਿਹਰੇ ਨੂੰ ਵੇਖ ਕੇ ਹੱਥ ਰੱਖ ਕੇ ਆਪ ਮੁਹਾਰੇ ਬਚਨ ਕਰਨ ਲੱਗੇ ਕਿ ਹੀ ਬਾਲਕ ਤੇਰਾ ਰੋਣਾ ਠੀਕ ਨਹੀਂ। ਕਹਿਣ ਲੱਗੇ ਇਹ ਤੇਰੇ ਪੂਰਬਲੇ ਜਨਮ ਦਾ ਫਲ ਹੈ, ਉਹ ਤੈਨੂੰ ਪ੍ਰਾਪਤ ਹੋ ਗਿਆ, ਤੇ ਅੱਗੇ ਨੂੰ ਸੰਭਲ ਕੇ ਚੱਲਣਾ। ਜੇ ਅੱਗੇ ਸੰਭਲ ਕੇ ਚੱਲੋਗੇ ਤਾਂ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ। ਸਵਾਮੀ ਜੀ ਨੇ ਭਗਤ ਰਵਿਦਾਸ ਜੀ ਦੇ ਸਿਰ ਤੇ ਹੱਥ ਰੱਖ ਕੇ ਇੰਨੇ ਬਚਨ ਕਹੇ। ਸਾਧ ਸੰਗਤ ਜੀ ਤੇ ਉਹ ਬਚਨ ਕਰਕੇ ਉਹਨਾਂ ਨੇ ਰਾਮ ਰਾਮ ਆਖਿਆ, ਤੇ ਉਸੇ ਵੇਲੇ ਨਾ ਸਾਧ ਸੰਗਤ ਜੀ ਬੱਚਾ ਰੋਣੋਂ ਹਟ ਗਿਆ। ਜਦੋਂ ਰੁਕ ਗਿਆ, ਮੁਸਕਰਾਇਆ। ਰਾਮਾਨੰਦ ਜੀ ਨੇ ਸਿਰ ਤੇ ਹੱਥ ਰੱਖ ਕੇ ਜੋ ਚੁੱਕ ਲਿਆ, ਤੇ ਰਘੂ ਨੇ ਆਖਿਆ ਭਗਤਾ ਇਸ ਨੂੰ ਲੈ ਕੇ ਜਾ, ਇਹਦੀ ਮਾਤਾ ਦੇ ਕੋਲੇ ਲੈ ਕੇ ਜਾ ਬੱਚੇ ਨੂੰ, ਤੇ ਆਖ ਇਹਦੀ ਮਾਤਾ ਨੂੰ ਕਿ ਬੱਚੇ ਨੂੰ ਦੁੱਧ ਪਿਲਾਏ, ਬੱਚਾ ਦੁੱਧ ਲੈ ਲਵੇਗਾ। ਤੇ ਇਉਂ ਬਚਨ ਕਰਕੇ ਰਾਮਾਨੰਦ ਜੀ ਨੇ ਸਾਧ ਸੰਗਤ ਜੀ ਰਘੂ ਜੀ ਦੇ ਘਰੋਂ ਚਲੇ ਗਏ। ਉਹਨਾਂ ਨੇ ਆਪਣੇ ਮਨ ਦੀ ਭਟਕਣਾ ਮਿਟ ਗਈ। ਰਘੂ ਬਾਲਕ ਰਵਿਦਾਸ ਜੀ ਨੂੰ ਆਪਣੇ ਅੰਦਰ ਲੈ ਗਿਆ ਕਮਰੇ ਦੇ ਵਿੱਚ, ਤੇ ਅੱਗੇ
ਭਗਤ ਰਵਿਦਾਸ ਜੀ ਦੀ ਮਾਤਾ ਧੁਰਬਿਨੀਆਂ ਬੈਠੇ ਸਨ, ਜੋ ਕਿ ਬੜੇ ਦੁਖੀ ਸੀ। ਉਹਨਾਂ ਨੇ ਰਵਿਦਾਸ ਜੀ ਨੂੰ ਫੜਾਇਆ ਨਾ ਵੀ ਬੱਚੇ ਨੂੰ ਦੁੱਧ ਦਿਓ, ਦੁੱਧ ਲੈ ਲਵੇਗਾ ਬੱਚਾ। ਤੇ ਸਾਧ ਸੰਗਤ ਜੀ, ਉਸ ਦਿਨ ਤੋਂ ਰਵਿਦਾਸ ਜੀ ਨੇ ਆਪਣੀ ਮਾਤਾ ਦਾ ਦੁੱਧ ਲੈਣਾ ਸ਼ੁਰੂ ਕਰ ਦਿੱਤਾ। ਉਸ ਦਿਨ ਤੋਂ ਬਾਅਦ ਰਵਿਦਾਸ ਜੀ ਕਦੇ ਮੁੜ ਰੋਏ ਨਹੀਂ, ਸਦਾ ਹੱਸਦੇ ਰਹੇ। ਤੇ ਜੋ ਆਪ ਜੀ ਦੇ ਦਰਸ਼ਨ ਕਰਦਾ, ਉਹਨਾਂ ਦੇ ਵੀ ਦੁੱਖ ਦੂਰ ਹੁੰਦੇ ਰਹੇ। ਤੇ ਇੱਥੇ ਅੱਜ ਆਪਾਂ ਸਮਾਪਤੀ ਕਰ ਦਾਂਗੇ।